करिए स्टार्ट। सत श्री अकाल जी, मेरा नाम रणवीर सिंह है जी। मैं पंजाब यूनिवर्सिटी का 2013 ਤੋਂ ਵਿਦਿਆਰਥੀ ਹਾਂ। ਮੈਨੂੰ ਲਗਭਗ ਇੱਥੇ 8 ਸਾਲ ਹੋ ਗਏ ਸਟੱਡੀ ਕਰਦਿਆਂ ਨੂੰ। ਅਤੇ ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ, ਲਗਭਗ ਪਿਛਲੇ 20 ਦਿਨਾਂ ਤੋਂ ਅਸੀਂ ਇੱਥੇ ਜੋ ਵਾਈਸ ਚਾਂਸਲਰ ਦੇ ਆਫਿਸ ਦੇ ਬਾਹਰ ਬੈਠੇ ਹਾਂ ਆਪਣੀਆਂ ਮੰਗਾਂ ਨੂੰ ਲੈ ਕੇ। ਇਹਦੇ ਪਿੱਛੇ ਬੜੇ ਕਾਰਨ ਹੈ, ਕੋਈ ਇੱਕ ਕਾਰਨ ਕਰਕੇ ਨਹੀਂ। ਇਹ ਜਿਹੜਾ ਅੱਜ ਅਸੀਂ ਮੋਰਚਾ ਲਾ ਕੇ ਬੈਠੇ ਹਾਂ, ਇਹ ਯੂਨੀਵਰਸਿਟੀ ਦੀਆਂ ਸਮੱਸਿਆਵਾਂ ਜੋ ਅਸੀਂ 8 ਸਾਲਾਂ ਦੇ ਦਰਮਿਆਨ ਵੇਖਿਆ ਵੀ ਯੂਨੀਵਰਸਿਟੀ ਦਾ ਕਲਚਰ ਇੰਨਾ ਚੇਂਜ ਹੋਇਆ, ਯੂਨੀਵਰਸਿਟੀ ਦੇ ਵਿੱਚ ਕੀ ਚੀਜ਼ਾਂ ਇੰਪਲੀਮੈਂਟ ਕੀਤੀਆਂ ਜਾ ਰਹੀਆਂ, ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਪਿਛਲੇ 20 ਦਿਨਾਂ ਤੋਂ ਇੱਥੇ ਬੈਠੇ ਹਾਂ। ਅੱਜ ਤੋਂ 8 ਸਾਲ ਪਹਿਲਾਂ ਮੈਂ ਜਦੋਂ ਯੂਨੀਵਰਸਿਟੀ ਦੇ ਅੰਦਰ ਐਂਟਰ ਕੀਤਾ ਸੀ, ਅਤੇ ਜਿਹੜਾ ਯੂਨੀਵਰਸਿਟੀ ਦਾ ਮਾਹੌਲ ਸੀ ਉਹ ਬੜਾ ਵਧੀਆ ਫਰੈਂਡਲੀ ਮਾਹੌਲ ਸੀ ਵੀ ਸਾਰੇ ਵਿਦਿਆਰਥੀ ਆ ਜਿਹੜੇ ਭਾਵੇਂ ਉਹ ਫੈਕਲਟੀਜ਼ ਨੇ ਉਹ ਸਾਰੇ ਰਲ ਮਿਲ ਕੇ ਬੜੇ ਵਧੀਆ ਤਰੀਕੇ ਨਾਲ ਰਹਿੰਦੇ ਸੀ। ਪਰ ਹੁਣ ਪਿਛਲੇ 1 ਸਾਲ ਤੋਂ ਜਦੋਂ ਦਾ ਸਾਡਾ ਨਵਾਂ VC ਸਾਹਿਬ ਆਏ ਨੇ, BHU ਯੂਨੀਵਰਸਿਟੀ ਤੋਂ ਆਏ ਨੇ, ਅਤੇ ਇਹਨਾਂ ਨੇ ਸਾਡੀ ਯੂਨੀਵਰਸਿਟੀ ਨੂੰ ਸਿਰਫ ਇੱਕੋ ਰੰਗ ਅਤੇ ਇੱਕੋ ਵਿਚਾਰਧਾਰਾ ਦੇ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਕਿ ਯੂਨੀਵਰਸਿਟੀ ਦੇ ਵਾਸਤੇ ਬੜਾ ਘਾਤਕ ਸਿੱਧ ਹੋ ਰਿਹਾ। ਜੇ ਹੁਣ ਅਸੀਂ ਗੱਲ ਕਰੀਏ ਤਾਂ ਪਿਛਲੇ VC ਸਾਹਿਬ ਨੂੰ ਸਾਡੇ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਮਿਲਣਾ ਹੀ ਬਹੁਤ ਔਖਾ। ਜੇ ਵਿਦਿਆਰਥੀਆਂ ਨੇ ਕੋਈ ਆਪਦੀ ਮੰਗ ਰੱਖਣੀ ਹੈ, ਕਿਸੇ ਇਸ਼ੂ ਨੂੰ ਲੈ ਕੇ ਗੱਲ ਕਰਨੀ ਹੈ, ਤਾਂ VC ਤੋਂ ਟਾਈਮ ਲੈਣ ਵਾਸਤੇ ਸਾਨੂੰ ਸੰਘਰਸ਼ ਕਰਨਾ ਪੈਂਦਾ। ਹੁਣ ਵੀ ਤੁਸੀਂ ਵੇਖ ਸਕਦੇ ਹੋ ਵੀ 20ਵੇਂ ਦਿਨ 'ਚ ਸਾਡਾ ਧਰਨਾ ਚਲਾ ਗਿਆ, ਪਰ VC ਨੇ ਆਪਣੇ ਵਿਦਿਆਰਥੀ ਆ ਜਿਹੜੇ ਉਹਨਾਂ ਦੀਆਂ ਮੰਗਾਂ ਨੂੰ ਜਾਂ ਉਹਨਾਂ ਨਾਲ ਗੱਲਬਾਤ ਕਰਨੀ ਵੀ ਵਾਜਬ ਨਹੀਂ ਸਮਝੀ। ਉਹ ਇਵੇਂ ਦੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਆਪਦਾ ਸੰਘਰਸ਼ ਕਰ ਰਹੇ ਹਾਂ। ਇੱਕ ਬੜੀ ਅਫਸੋਸ ਵਾਲੀ ਗੱਲ ਹੈ ਕਿ ਪਤਾ ਨਹੀਂ ਐਡੀ ਵੱਡੀ ਵਿੱਦਿਅਕ ਸੰਸਥਾ ਦੇ ਵਿੱਚ ਇਹੋ ਜਿਹੀ ਕੀ ਮਜਬੂਰੀ ਹੈ ਕਿ ਵਹਿਮਾਂ ਭਰਮਾਂ 'ਚੋਂ ਕੱਢਣ ਵਾਸਤੇ ਅਸੀਂ ਸਿੱਖਿਆ ਇੱਕ ਇਹੋ ਜਿਹਾ ਅਸੀਂ ਆਪਦਾ ਚੀਜ਼ ਗਿਣਦੇ ਹਾਂ ਕਿ ਜਿਹੜੀ ਸਾਨੂੰ ਇੰਨਾ ਕੁ ਕਾਬਲ ਕਰਦੀ ਕਿ ਅਸੀਂ ਜਿਹੜੇ ਆਪਦੇ ਪੁਰਾਣੇ ਵਹਿਮ ਭਰਮ ਹੈ ਉਹਨਾਂ 'ਚੋਂ ਆਪਾਂ ਕਿਵੇਂ ਨਿਕਲਣਾ। ਪਰ ਇੱਥੇ ਯੂਨੀਵਰਸਿਟੀ ਦੇ ਵਿੱਚ ਬੜੀ ਹੈਰਾਨਗੀ ਹੋਊਗੀ ਤੁਹਾਨੂੰ ਕਿ ਜੋਤਿਸ਼ ਸਿੱਖਿਆ ਦੇ ਨਾਂ 'ਤੇ 2 ਡਿਪਾਰਟਮੈਂਟ ਖੋਲ੍ਹ ਦਿੱਤੇ ਜਾਂਦੇ ਆ, ਅਤੇ ਜਿਹੜਾ ਮੇਨ ਐਂਟਰੈਂਸ ਹੈ VC ਆਫਿਸ ਵਾਲੀ, ਉਹਦਾ ਮੇਨ ਰੋਡ ਹੈ ਜਿਹੜਾ ਸਿਰਫ ਇਸੇ ਕਰਕੇ ਬਲੌਕ ਕਰ ਦਿੱਤਾ ਜਾਂਦਾ ਕਿ ਸਾਡੇ ਜਿਹੜੇ VC ਸਾਹਿਬ ਨੇ ਉਹ ਵਾਸਤੂ ਸ਼ਾਸਤਰ 'ਤੇ ਯਕੀਨ ਰੱਖਦੇ ਆ। ਤੋ ਇਹੋ ਜਿਹੀਆਂ ਹੋਰ ਵੀ ਬਹੁਤ ਹੀ ਯੂਨੀਵਰਸਿਟੀ ਦੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਚਿੰਤਨ ਕਰਨ ਦੀ ਲੋੜ ਹੈ, ਅਤੇ ਅਸੀਂ ਉਹਨਾਂ ਮੁੱਦਿਆਂ ਨੂੰ ਲੈ ਕੇ ਇੱਥੇ ਲਗਾਤਾਰ ਪਿਛਲੇ 20 ਦਿਨਾਂ ਤੋਂ ਆਪਦਾ ਸੰਘਰਸ਼ ਕਰ ਰਹੇ ਹਾਂ। ਅਤੇ ਸਾਨੂੰ ਉਮੀਦ ਹੈ ਕਿ ਜਿਹੜਾ ਸਾਡਾ ਸੰਘਰਸ਼ ਹੈ ਉਹ ਰੰਗ ਲਿਆਏਗਾ। ਨਜ਼ਦੀਕ ਹੈ, ਕੱਲ੍ਹ ਉੱਥੇ ਸੁਣਵਾਈ ਸੀ ਜੀ ਸਾਡੀ ਸੈਨੇਟ ਚੋਣਾਂ ਨੂੰ ਲੈ ਕੇ, ਜਿਹੜੀ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ, ਉਹਦੇ ਵਿੱਚ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਹਰਿਆਣਾ ਗੌਰਮੈਂਟ ਹੈ ਅਤੇ ਆਪਣਾ ਪੰਜਾਬ ਗੌਰਮੈਂਟ ਹੈ, ਉਹਨੇ ਚੋਣਾਂ ਨੂੰ ਲੈ ਕੇ ਆਪਦੀ ਜਿਹੜੀ ਸਹਿਮਤੀ ਦੇ ਦਿੱਤੀ ਹੈ। ਤੁਸੀਂ ਕਿਸੇ ਵੀ ਐਤਵਾਰ ਚੋਣਾਂ ਕਰਵਾ ਸਕਦੇ ਹੋ। ਯੂਨੀਵਰਸਿਟੀ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਹਦਾਇਤ ਦਿੱਤੀ ਹੈ। ਅਤੇ ਬਾਕੀ ਸਭ ਤੋਂ ਵੱਡੀ ਚਿੰਤਾ ਜਿਹੜੀ ਹੁਣ ਸੈਨੇਟ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਆ ਰਹੀ ਹੈ, ਉਹ ਦਿੱਲੀ ਸਹਿਮਤੀ ਕਰਕੇ ਆ ਰਹੀ ਹੈ ਕਿ ਦਿੱਲੀ ਸਰਕਾਰ ਦੀ ਪਤਾ ਨਹੀਂ ਕੀ ਮਜਬੂਰੀ ਹੈ ਕਿ ਉਹ ਆਪਦੀ ਸੈਨੇਟ ਚੋਣਾਂ ਨੂੰ ਲੈ ਕੇ ਆਪਦੀ ਜਿਹੜੀ ਉਹ ਮਨਜ਼ੂਰੀ ਨਹੀਂ ਦੇ ਰਹੀ। ਅਸੀਂ 25 ਤਰੀਕ ਨੂੰ, ਪਿਛਲੇ ਮਹੀਨੇ ਦੀ 25 ਨੂੰ, ਅਸੀਂ ਇਹਨਾਂ ਦੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਰਾਘਵ ਚੱਡਾ ਜੀ, ਵਿਪ ਦੇ ਨੇਤਾ ਜਿਹੜੇ ਹਰਪਾਲ ਚੀਮਾ ਜੀ ਅਤੇ ਭਗਵੰਤ ਮਾਨ ਜੀ ਨੂੰ ਪਰਸਨਲ ਮੈਸੇਜ ਕਰਕੇ ਉਹਨਾਂ ਨੂੰ ਮੈਮੋਰੈਂਡਮ ਦੇ ਕੇ ਮੰਗ ਕਰ ਚੁੱਕੇ ਹਾਂ ਕਿ ਤੁਸੀਂ ਦਿੱਲੀ ਸਰਕਾਰ ਤੋਂ ਸਾਨੂੰ ਚੋਣਾਂ ਕਰਵਾਉਣ ਨੂੰ ਲੈ ਕੇ ਜਿਹੜੀ ਪਰਮਿਸ਼ਨ ਲੈ ਕੇ ਦਿਓ, ਤਾਂ ਜੋ ਵਿਦਿਆਰਥੀ ਆਪਦਾ ਧਰਨਾ ਖਤਮ ਕਰਕੇ ਆਪਦੇ ਜਿਹੜੇ ਵੱਖ-ਵੱਖ ਇਮਤਿਹਾਨ ਆ ਰਹੇ ਆ ਗੌਰਮੈਂਟ ਜੋਬ ਵਾਸਤੇ ਵੀ ਆਪਦਾ ਟਾਈਮ ਖਰਾਬ ਨਾ ਕਰਨ ਅਤੇ ਆਪਦਾ ਜਾ ਕੇ ਪੜ੍ਹਾਈ ਜਾਰੀ ਕਰ ਸਕਣ। ਪਰ ਸਮਝ ਨਹੀਂ ਆ ਰਹੀ ਵੀ ਕੀ ਮਜਬੂਰੀ ਹੈ ਦਿੱਲੀ ਸਰਕਾਰ ਦੀ ਕਿ ਉਹ ਇੰਨਾ ਦੇਰੀ ਕਿਉਂ ਕਰ ਰਹੀ ਹੈ। ਹੁਣ ਵੀ ਅਸੀਂ ਕੱਲ੍ਹ ਜਿਹੜੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਰਾਤ ਨੂੰ ਇਹੀ ਮੀਟਿੰਗ ਕੀਤੀ ਹੈ ਕਿ ਦਿੱਲੀ ਗੌਰਮੈਂਟ ਹੈ ਜਿਹੜੀ, ਉਹਨਾਂ ਨੂੰ ਅਸੀਂ 3 ਦਿਨ ਦਾ ਟਾਈਮ ਦਿੱਤਾ, ਅਤੇ ਉਹਨਾਂ ਦੇ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਰਾਘਵ ਚੱਡਾ ਜੋ ਵੀ ਉਹਨਾਂ ਦੇ ਇੰਚਾਰਜ ਨੇ, ਭਗਵੰਤ ਮਾਨ ਜੀ, ਉਹਨਾਂ ਨੂੰ ਦੁਬਾਰਾ ਮੈਸੇਜ ਵੀ ਕੀਤੇ ਆ, ਅਤੇ ਸਾਰੀਆਂ ਜਥੇਬੰਦੀਆਂ ਵੱਲੋਂ ਮੇਲ ਵੀ ਪਾਈਆਂ ਜਾ ਰਹੀਆਂ ਵੀ ਸਾਨੂੰ ਸੋਮਵਾਰ ਤੱਕ ਆਪਦਾ ਜਿਹੜਾ ਸਟੈਂਡ ਉਹ ਸਪਸ਼ਟ ਕਰਨ। ਜੇ ਉਹ ਸੋਮਵਾਰ ਤੱਕ ਆਪਦਾ ਸਹਿਮਤੀ ਨਹੀਂ ਦਿੰਦੇ, ਆਪਦਾ ਸਟੈਂਡ ਸਪਸ਼ਟ ਨਹੀਂ ਕਰਦੇ, ਅਤੇ ਅਸੀਂ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦਾ ਜਿਹੜਾ ਨਕਾਬ ਹੈ ਪੰਜਾਬ ਪੱਖੀ ਨਕਾਬ, ਉਹਨੂੰ ਅਸੀਂ ਮਤਲਬ ਉਹਦਾ ਪਰਦਾ ਲਾਵਾਂਗੇ ਅਤੇ ਉਹਨੂੰ ਬੇਨਕਾਬ ਕਰਾਂਗੇ। ਨਾਮ ਰਵਿੰਦਰ ਹੈ। ਮੈਂ ਪੰਜਾਬ ਯੂਨੀਵਰਸਿਟੀ ਨਾਲ 2011 ਤੋਂ ਜੁੜਿਆ ਹੈਗਾ। ਮਤਲਬ 10 ਸਾਲ ਤੋਂ ਮੈਂ ਇਸ ਸੰਸਥਾ ਦੇ ਨਾਲ ਜੁੜਿਆ ਹੈਗਾ। ਅੱਜ ਦੇ ਸਮੇਂ 'ਚ ਮੈਂ ਰਿਸਰਚ ਸਕਾਲਰ ਹਾਂ ਇੱਥੇ ਪੰਜਾਬੀ ਡਿਪਾਰਟਮੈਂਟ ਦੇ ਵਿੱਚ। ਅਤੇ ਦੋਸਤੋ ਜਿਹੜਾ ਇਹ ਧਰਨੇ ਦੀ ਗੱਲ ਜੇਕਰ ਆਪਾਂ ਕਰੀਏ, ਜਿਹੜਾ VC ਆਫਿਸ ਦੇ ਬਾਹਰ ਅੱਜ ਧਰਨਾ ਜਿਹੜਾ ਲੱਗਿਆ ਹੋਇਆ ਹੈਗਾ, ਪਿਛਲੇ ਅੱਜ 21ਵਾਂ ਦਿਨ ਇਹਨੂੰ ਹੋ ਗਿਆ। ਪਹਿਲੀ ਗੱਲ ਤਾਂ ਇਹ ਹੈ ਕਿ ਕਾਫੀ ਦੋਸਤਾਂ ਨੂੰ ਹਜੇ ਤੱਕ ਇਹ ਨਹੀਂ ਕਨਫਰਮ ਹੋਇਆ ਕਿ ਇਹ ਧਰਨਾ ਅਸਲ 'ਚ ਹੈ ਕੀ, ਇਹਦੇ ਪਿੱਛੇ ਕਾਰਨ ਕੀ ਹੈ, ਕਿਉਂ ਇਹਦੀਆਂ ਸਟੂਡੈਂਟ ਜਥੇਬੰਦੀਆਂ ਨੇ ਇਕਜੁੱਟ ਹੁੰਦੀਆਂ ਨੇਗੀਆਂ ਇੱਕ ਖਾਸ ਚਲੋ ਸੰਸਥਾ ਦੇ ਖਿਲਾਫ, ਜਾਂ ਕਰੀਏ ਇੱਕ ਖਾਸ ਤਰ੍ਹਾਂ ਦੀ ਅਥਾਰਟੀ ਦੇ ਖਿਲਾਫ। ਇੰਨੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਆਪਸ ਦੇ ਤੌਰ 'ਤੇ ਵੀ ਵਿਚਾਰਧਾਰਕ ਮਤਭੇਦ ਪਾਏ ਜਾਂਦੇ ਨੇ, ਬਟ ਇੱਕ ਖਾਸ ਵਿਚਾਰਧਾਰਾ ਦੇ ਖਿਲਾਫ ਕਿਉਂ ਉਹ ਇਕੱਤਰ ਹੁੰਦੇ ਨੇ। ਤਾਂ ਦੋਸਤੋ ਜਿਹੜੀ ਸੈਨੇਟ ਹੈਗੀ ਅਸਲ ਦੇ ਵਿੱਚ ਜਿਹੜਾ ਇਹ ਪੰਜਾਬ ਯੂਨੀਵਰਸਿਟੀ ਦੀ ਇੱਕ ਤਰੀਕੇ ਨਾਲ ਵਿਧਾਨ ਸਭਾ ਹੁੰਦੀ ਹੈ, ਠੀਕ ਹੈ। ਅਤੇ ਜਦੋਂ ਜਿਹੜੀ ਵਿਧਾਨ ਸਭਾ ਹੈਗੀ ਇਸੇ ਨੇ ਹੀ ਰਹਿ ਕੇ ਪੂਰੀ ਯੂਨੀਵਰਸਿਟੀ ਦਾ ਪ੍ਰਸ਼ਾਸਨਿਕ ਪ੍ਰਬੰਧ ਹੈਗਾ, ਇਹਦਾ
ਬਲੋਕਿੰਗ ਦਾ ਪ੍ਰਬੰਧ ਹੈਗਾ ਜਾਂ ਕਹਿ ਲਈਏ ਇਹਦੀਆਂ ਹੋਰ ਜਿਹੜੀਆਂ ਕਹਿ ਲਓ ਸਮੁੱਚਾ ਜਿਹੜਾ ਪ੍ਰਬੰਧ ਦਾ ਢਾਂਚਾ ਜਿਹੜਾ ਸਾਰਾ ਉਹ ਉਸ ਸੈਨੇਟ ਨੇ ਦੇਖਣਾ ਹੁੰਦਾ ਹੈਗਾ। ਉਹਦੇ ਵਿੱਚ ਟੋਟਲ 91 ਜਿਹੜੇ ਹੈਗੇ ਨੇ ਮੈਂਬਰ ਚੁਣੇ ਜਾਂਦੇ ਹੈਗੇ, ਜਿਹਦੇ ਵਿੱਚੋਂ 49 ਜਿਹੜੇ ਹੈਗੇ ਨੇਗੇ ਉਹ ਇਲੈਕਟਡ ਹੁੰਦੇ ਨੇ, ਜਿਨ੍ਹਾਂ ਦੇ ਕਹਿ ਲਓ ਇਲੈਕਸ਼ਨ ਦੇ ਥਰੂ ਆਉਂਦੇ ਨੇ, ਬਾਕੀ ਜਿਹੜੇ ਰਹਿ ਜਾਂਦੇ ਨੇ ਉਹ ਨੋਮੀਨੇਟਡ ਹੁੰਦੇ ਨੇ। ਤੇ ਉਹਨਾਂ 49 ਦੇ ਵਿੱਚੋਂ ਜਿਹੜੀਆਂ ਹੈਗੀਆਂ 49 ਸੀਟਸ ਉਹ ਅਲੱਗ-ਅਲੱਗ ਜਿਹੜੀਆਂ ਹੈਗੀਆਂ ਨੇ ਡਿਵਾਈਡ ਕੀਤੀਆਂ ਹੋਈਆਂ ਨੇਗੀਆਂ, ਜਿਨ੍ਹਾਂ ਦੇ ਵਿੱਚੋਂ ਜਿਹੜੀਆਂ 15 ਸੀਟਸ ਨੇਗੀਆਂ ਉਹ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਗ੍ਰੈਜੂਏਟ ਕੌਂਸਟੀਟੂਐਂਸੀ ਨਾਲ ਸੰਬੰਧ ਰੱਖਦੀਆਂ ਨੇ, ਜਿਹਦੇ ਵਿੱਚ ਭਾਵ ਉਹ ਬੰਦੇ ਇਲੈਕਸ਼ਨ ਲੜ ਸਕਦੇ ਨੇਗੇ ਜਿਨ੍ਹਾਂ ਨੇ ਇਸ ਯੂਨੀਵਰਸਿਟੀ ਦੇ ਵਿੱਚੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਕਹਿਣ ਦਾ ਮਤਲਬ ਕੀ ਹੈ, ਇਸ ਯੂਨੀਵਰਸਿਟੀ ਦੇ ਇੱਕ ਤਰੀਕੇ ਨਾਲ ਅਲੂਮਨੀ ਜਿਹੜੇ ਸਟੂਡੈਂਟ ਨੇਗੇ, ਠੀਕ ਹੈ, ਉਹ ਚਾਹੇ ਇਸ ਵਕਤ ਸਟੂਡੈਂਟ ਨੇ, ਚਾਹੇ ਕਿਸੇ ਚੰਗੇ ਅਹੁਦੇ 'ਤੇ ਲੱਗੇ ਹੋਏ ਨੇਗੇ, ਕੋਈ ਵੀ ਜਿਹੜਾ ਹੈਗਾ ਇਹਦਾ ਕੈਂਡੀਡੇਟ ਬਣ ਸਕਦਾ ਹੈ। ਤੇ ਹੁਣ ਬਾਕੀ ਜਿਹੜੇ ਸਾਰੀਆਂ ਜਿਹੜੀਆਂ ਕਹਿ ਲਓ ਸੀਟਸ ਨੇਗੀਆਂ ਉਹਦੇ ਇਲੈਕਸ਼ਨ ਹੋ ਚੁੱਕੇ ਨੇ, ਸਿਰਫ ਇਹਨਾਂ 15 ਸੀਟਾਂ ਦੇ ਇਲੈਕਸ਼ਨ ਜਿਹੜੀ ਯੂਨੀਵਰਸਿਟੀ ਦੀ ਅਥਾਰਟੀ ਹੈਗੀ ਉਹ ਪੋਸਟਪੋਨ ਕਰਦੀ ਜਾ ਰਹੀ ਹੈ। ਉਹਦੇ ਪਿੱਛੇ ਵੱਡਾ ਕਾਰਨ ਇਹ ਹੈਗਾ ਕਿ ਇਹ ਜਿਹੜੇ 15 ਬੰਦੇ ਨੇਗੇ ਇਹੀ ਇੱਕ ਤਰ੍ਹਾਂ ਦੇ ਉਹ ਬੰਦੇ ਨੇਗੇ ਜਿਹੜੇ ਕਹਿ ਲਓ ਸੈਨੇਟ ਦੇ ਵਿੱਚ ਸਟੂਡੈਂਟ ਦੀ ਆਵਾਜ਼ ਸਿੱਧੀ ਉਠਾਉਂਦੇ ਨੇ। ਕਿਉਂਕਿ ਇਹਨਾਂ ਜਿਹੜੇ 15 ਇਹ ਮੈਂਬਰ ਹੁੰਦੇ ਨੇ ਕਿ ਇਹਨਾਂ ਦਾ ਸਟੂਡੈਂਟਸ ਦੇ ਨਾਲ ਸਿੱਧਾ ਰਾਬਤਾ ਹੁੰਦਾ ਹੈਗਾ, ਜਦ ਕਿ ਜਿਹੜੀਆਂ ਬਾਕੀ ਹੋਰ ਸੀਟਸ ਵਾਲੇ ਬੰਦੇ ਨੇ ਉਹਨਾਂ ਦੇ ਨਾਲ ਸਟੂਡੈਂਟਸ ਦਾ ਸਿੱਧਾ ਰਾਬਤਾ ਨਹੀਂ ਹੁੰਦਾ। ਆਪਾਂ ਇਹ ਕਹਿ ਲਈਏ ਕਿ ਉਹਨਾਂ ਨੂੰ ਇੱਕ ਪੜਾਅ ਸਾਡੇ ਤੋਂ ਦੂਰ ਰਹਿੰਦੇ ਨੇ ਆਮ ਸਟੂਡੈਂਟਸ ਤੋਂ, ਇਹ ਕਹਿ ਸਕਦੇ ਆਪਾਂ ਨੋਰਮਲੀ ਉਸ ਗੱਲ ਦੀ, ਕਿਉਂਕਿ ਉਹਨਾਂ ਨੇ ਆਪਣੀਆਂ ਖਾਸ ਗਤੀਵਿਧੀਆਂ 'ਤੇ ਧਿਆਨ ਦੇਣਾ ਹੁੰਦਾ। ਕੋਈ ਪ੍ਰੋਫੈਸਰ ਕਮਿਊਨਿਟੀ 'ਚੋਂ ਚੁਣ ਕੇ ਆਉਂਦਾ ਹੈਗਾ, ਕੋਈ ਅਸਿਸਟੈਂਟ ਪ੍ਰੋਫੈਸਰ ਦੇ ਵਿੱਚੋਂ, ਕੋਈ ਹੋਰ ਆਪਣੀਆਂ ਵਰਕਿੰਗ ਕਲਾਸਿਸ ਦੇ ਵਿੱਚੋਂ, ਐਵੇਂ। ਬਟ ਜਿਹੜੇ ਸਟੂਡੈਂਟ ਹੁੰਦੇ ਨੇਗੇ ਉਹਨਾਂ ਦੇ ਲਈ ਸਿਰਫ ਜਿਹੜੀਆਂ 15 ਸੀਟਸ ਨੇ ਇਹ ਸਿੱਧਾ ਜਿਹੜਾ ਤੌਰ 'ਤੇ ਪ੍ਰਭਾਵ ਪਾਉਂਦੀਆਂ ਨੇ। ਤਾਂ ਇਸੇ ਕਰਕੇ ਜਿਹੜੀਆਂ ਇਹ ਜਿਹੜੇ ਸਟੂਡੈਂਟਸ ਦੀ ਮੰਗ ਵੀ ਸੀਗੀ, ਜਿਹੜੀਆਂ ਸਟੂਡੈਂਟ ਜਥੇਬੰਦੀਆਂ ਫਿਰ ਇਕੱਤਰ ਹੁੰਦੀਆਂ ਨੇ ਕਿ ਕਿਉਂ ਇਹੀ ਜਿਹੜੀਆਂ 15 ਸੀਟਸ ਨੇ ਇਹਨਾਂ ਨੂੰ ਜਿਹੜਾ ਹੈਗਾ ਅੱਗੇ ਪੋਸਟਪੋਨ ਕਰਨਾ ਬੰਦ ਕੀਤਾ ਜਾਵੇ, ਤੇ ਜਿਹੜੀ ਇੱਕ ਪ੍ਰੋਪਰ ਤਾਰੀਖ ਜਿਹੜਾ ਕਿ ਸਾਡਾ ਇੱਕ ਡੈਮੋਕ੍ਰੇਟਿਕ ਢਾਂਚੇ ਨੂੰ ਬਣਾਉਣ ਦਾ ਵੀ ਹੈਗਾ ਸਿਸਟਮ, ਕਿ ਡੈਮੋਕ੍ਰੇਟਿਕ ਢਾਂਚਾ ਜਿਹੜਾ ਹੈਗਾ ਸਾਡਾ ਬਣਿਆ ਰਹੇ। ਜਿਹੜੀਆਂ ਇਹ 15 ਸੀਟਸ ਨੇ ਇਹਨਾਂ ਦੇ ਜਿਹੜੇ ਇਲੈਕਸ਼ਨ ਹੈ ਜਲਦੀ ਤੋਂ ਜਲਦੀ ਪ੍ਰੋਪਰ ਇੱਕ ਡੇਟ ਦੇ ਕੇ ਕਰਵਾਈ ਜਾਣ। ਤੇ ਉਹਦੇ ਪਿੱਛੋਂ ਰੀਜ਼ਨ ਕੀ ਦਿੱਤਾ ਜਾਂਦਾ ਇਹਨਾਂ ਵੱਲੋਂ ਡਿਲੇ ਕਰਨ ਦਾ ਕਿ ਜੀ ਕਿਉਂਕਿ ਜਿਹੜੀ ਇਹ ਸੈਨੇਟ ਦੀਆਂ ਇਲੈਕਸ਼ਨ ਨੇਗੇ, ਦੇਖੋ ਦੋਸਤੋ, ਇਹਦੇ ਜਿਹੜੇ ਹੈਗੇ ਨਾ 3.5 ਤੋਂ ਲੱਖ ਕਰੀਬ ਜਿਹੜੇ ਕਹਿ ਲਓ ਜੀ ਇਹਦੀਆਂ ਵੋਟਰ ਬਣਦੇ ਨੇਗੇ, ਜਿਹੜੇ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਤੇ ਆਪਣਾ ਕਹਿ ਲਈਏ ਦਿੱਲੀ, ਉੱਤਰਾਖੰਡ, ਹੈ ਨਾ, ਅਲੱਗ-ਅਲੱਗ ਜਗ੍ਹਾ ਦੇ ਉੱਪਰ ਇਹਦੇ ਬੂਥ ਲੱਗਦੇ ਨੇ। ਤੇ ਉਹਦੇ ਵਿੱਚੋਂ 5 ਸਟੇਟਾਂ ਜਿਹੜੀਆਂ ਹੈਗੀਆਂ ਨੇਗੀਆਂ ਉਹਨਾਂ ਨੇ ਅਲਾਉ ਕੀਤਾ ਹੋਇਆ ਕਿ ਤੁਸੀਂ ਸਤੰਬਰ ਮਹੀਨਾ ਚੱਲ ਰਿਹਾ ਹੈਗਾ ਆਪਣਾ, ਇਹਦੇ ਵੀ ਕਿਸੇ ਵੀ ਐਤਵਾਰ ਨੂੰ ਇਲੈਕਸ਼ਨ ਕਰਾ ਸਕਦੇ ਹੋ। ਬਟ ਉੱਤਰਾਖੰਡ ਤੇ ਇੱਕ ਦਿੱਲੀ ਸਰਕਾਰ, ਦੋ ਸਰਕਾਰਾਂ ਦੇ ਵੱਲੋਂ ਇਸ ਚੀਜ਼ ਦੀ ਹਜੇ ਤੱਕ ਮਨਜ਼ੂਰੀ ਜਿਹੜੀ ਹੈਗੀ ਹੈ ਪੈਂਡਿੰਗ ਦੇ ਵਿੱਚ। ਤਾਂ ਅਸੀਂ ਉਹਨਾਂ ਸਰਕਾਰਾਂ ਨੂੰ ਵੀ, ਦੋਨਾਂ ਸਟੇਟਾਂ ਦੀਆਂ ਸਰਕਾਰਾਂ ਨੂੰ ਵੀ ਇਹੀ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੀ ਮੰਗ ਉਹ ਵੀ ਸਮਝਣ, ਤੇ ਨਾਲ ਜਿਹੜਾ ਪੀਯੂ ਦਾ ਜਿਹੜਾ ਪ੍ਰਸ਼ਾਸਨ ਹੈਗਾ ਇਹਦੇ ਤੱਕ ਵੀ ਜਿਹੜੀਆਂ ਸਾਰੀਆਂ ਜਥੇਬੰਦੀਆਂ ਦੇ ਇਹੀ ਕਹਿ ਲਓ ਇੱਕ ਉਮੀਦ ਹੈਗੀ ਕਿ ਉਹ ਜਲਦੀ ਤੋਂ ਜਲਦੀ ਸਾਡੀ ਇਸ ਗੱਲ ਨੂੰ ਸੁਣਨਗੇ। ਹਾਲਾਂਕਿ ਹੁਣ ਤੱਕ ਤਾਂ ਇਹ ਗੱਲ ਸੁਣੀ ਜਾਣੀ ਚਾਹੀਦੀ ਸੀ ਕਿ ਸਾਨੂੰ ਉਮੀਦ ਸੀਗੀ ਕਿ ਇਹ ਨਹੀਂ ਸੀਗਾ ਕਿ 21 ਦਿਨਾਂ ਤੱਕ ਸਾਨੂੰ ਇਸ ਇੱਕ ਸਿਰਫ ਡੈਮੋਕ੍ਰੇਸੀ ਬਚਾਉਣ ਦੇ ਲਈ ਯੂਨੀਵਰਸਿਟੀ ਦੀ ਸਾਨੂੰ 21 ਦਿਨਾਂ ਤੱਕ ਜਿਹੜਾ ਕਹਿ ਲਓ ਇੱਥੇ ਪ੍ਰਦਰਸ਼ਨ ਕਰਨਾ ਪਊਗਾ ਜਾਂ ਕਹਿ ਲਓ ਧਰਨਾ ਜਾਰੀ ਕਰਨਾ ਪਊਗਾ। ਹੋਪ ਜਲਦੀ ਇਹ ਜਿਹੜੀ ਹੁਣ ਗੱਲ ਹੈਗੀ ਉਹਨਾਂ ਸਰਕਾਰਾਂ ਤੱਕ ਜਾਂ ਕਹਿ ਲਈਏ ਯੂਨੀਵਰਸਿਟੀ ਪ੍ਰਸ਼ਾਸਨ ਤੱਕ ਪਹੁੰਚੀ ਹੈਗੀ, ਤੇ ਹੋ ਸਕਦਾ ਹੈ ਕਿ ਸਤੰਬਰ ਦੇ ਵਿੱਚ ਜਿਹੜੇ ਹੈਗੇ ਹੁਣ ਸਾਨੂੰ ਪੂਰੀ ਉਮੀਦ ਹੈ ਕਿ ਜਲਦੀ ਸਤੰਬਰ ਮਹੀਨੇ ਦੇ ਵਿੱਚ ਜਿਹੜੇ ਹੈਗੇ ਇਲੈਕਸ਼ਨ ਹੋ ਜਾਣ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੈਂਟਰਲ ਸਰਕਾਰ ਜਿਹੜੀਆਂ ਵੀ ਸਰਕਾਰਾਂ ਸਾਰੀ ਸਰਕਾਰਾਂ ਇਸ ਯੂਨੀਵਰਸਿਟੀ ਦੇ ਪਿੱਛੇ ਹੱਥ ਧੋ ਕੇ ਪਈਆਂ ਕਿ ਇਸ ਯੂਨੀਵਰਸਿਟੀ ਨੂੰ ਕਦੋਂ ਅਸੀਂ ਸੈਂਟਰਲਾਈਜ਼ ਕਰਾਂਗੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਸ਼ਾਇਦ ਪਤਾ ਹੋਣਾ ਕਿ ਇਹ ਯੂਨੀਵਰਸਿਟੀ ਸਾਡੀ ਪੰਜਾਬ ਦੀ ਵਿਰਾਸਤ ਹੈ, ਇਹਨੂੰ ਲਾਹੌਰ ਤੋਂ ਇੱਥੇ ਲਿਆਂਦਾ ਗਿਆ, ਲੇਕਿਨ ਇਹ ਫਿਰ ਵੀ ਪੰਜਾਬ ਨੂੰ ਨਹੀਂ ਮਿਲੀ। ਸਰਕਾਰ ਨੇ ਜਦ ਲਾਹੌਰ ਤੋਂ ਇਹਨੂੰ ਇੱਥੇ ਲਿਆਂਦਾ ਗਿਆ ਸੀ, ਸਾਨੂੰ ਇਹ ਕਿਹਾ ਗਿਆ ਸੀ ਕਿ ਇਹ ਪੰਜਾਬ ਨੂੰ ਉਦੋਂ ਮਿਲੂਗੀ ਜਦੋਂ ਹਰਿਆਣਾ ਤੇ ਹਿਮਾਚਲ ਦੀ ਆਪਣੀ ਆਪ ਦੀ ਯੂਨੀਵਰਸਿਟੀ ਬਣ ਜੂਗੀ। ਲੇਕਿਨ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰਿਆਣਾ ਤੇ ਹਿਮਾਚਲ ਦੀ ਆਪਣੇ ਆਪ ਦੀ ਯੂਨੀਵਰਸਿਟੀਆਂ ਬਣ ਚੁੱਕੀਆਂ ਨੇ। ਉਸ ਤੋਂ ਬਾਵਜੂਦ ਵੀ ਇਹ ਯੂਨੀਵਰਸਿਟੀ ਅੱਜ ਤੱਕ ਪੰਜਾਬ ਨੂੰ ਨਹੀਂ ਦਿੱਤੀ ਗਈ, ਤੇ ਇਹ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਸੈਂਟਰਲ ਸਰਕਾਰ ਇਸ ਯੂਨੀਵਰਸਿਟੀ ਦੇ ਪਿੱਛੇ ਕਦੋਂ ਦੀ ਪਈ ਹੋਈ ਹੈ। ਹੁਣ ਜਿਹੜਾ ਇਸ ਯੂਨੀਵਰਸਿਟੀ ਦਾ ਵੀਸੀ ਹੈ ਉਹ ਸੰਘੀ ਹੈ, ਉਹ ਚਾਹੁੰਦਾ ਹੈ ਕਿ ਸੈਨੇਟ ਦੀ ਚੋਣ ਨਾ ਹੋਣ, ਕਿਉਂਕਿ ਜੇ ਸੈਨੇਟ ਦੀ ਚੋਣ ਹੋਗੀ ਤਾਂ ਇਹ ਯੂਨੀਵਰਸਿਟੀ ਸੈਂਟਰਲਾਈਜ਼ਡ ਨਹੀਂ ਹੋ ਸਕਦੀ। ਪਹਿਲਾਂ ਉਹਨੇ 2 ਸਾਲ ਹੋ ਗਏ ਬਾਰ-ਬਾਰ ਸੈਨੇਟ ਦੇ ਇਲੈਕਸ਼ਨਸ ਨੂੰ ਪੋਸਟਪੋਨ ਕਰਾਇਆ ਜਾ ਰਿਹਾ ਹਾਈ ਕੋਰਟ ਦੇ ਆਰਡਰਸ ਤੋਂ ਬਾਵਜੂਦ ਵੀ। ਹੁਣ ਉਹਨੇ ਕਰੋਨਾ ਦਾ ਬਹਾਨਾ ਲੈ ਕੇ ਇਹ ਹੱਥਕੰਡਾ ਅਪਣਾਇਆ ਸੀਗਾ ਕਿ ਪਹਿਲੀ ਲਹਿਰ ਹੈ, ਨਹੀਂ ਇਲੈਕਸ਼ਨ ਹੋ ਸਕਦੇ। ਲੇਕਿਨ ਅਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਪੂਰੇ ਭਾਰਤ ਦੇਸ਼ ਦੇ ਵਿੱਚ ਬੰਗਾਲ ਦੇ ਵਿੱਚ ਹੋਏ ਇਲੈਕਸ਼ਨ, ਅੱਡੜ ਏਰੀਆਜ਼ ਦੇ ਵਿੱਚ ਇਲੈਕਸ਼ਨ ਹੋਏ, ਤਾਂ ਅਸੀਂ ਇਹ ਸੋਚਦੇ ਹਾਂ ਕਿ ਜਦ ਬਾਕੀ ਸਟੇਟਸ ਦੇ ਵਿੱਚ ਇੰਨੇ ਵੱਡੇ ਲੈਵਲ 'ਤੇ ਇਲੈਕਸ਼ਨ ਹੋ ਸਕਦੇ ਹੈ, ਇਹ ਸੈਨੇਟ ਦੇ ਛੋਟੇ ਜਿਹੇ ਇਲੈਕਸ਼ਨ ਨੂੰ ਮੈਨੇਜ ਨਹੀਂ ਕਰ ਸਕਦੀ ਸਰਕਾਰ।
ਕਰ ਸਕਦੀ ਹੈ, ਲੇਕਿਨ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੇ ਇਹ ਇਲੈਕਸ਼ਨ ਹੋ ਗਏ ਤਾਂ ਯੂਨੀਵਰਸਿਟੀ ਸੈਂਟਰਲਾਈਜ਼ ਨਹੀਂ ਹੋਈ, ਤਾਂ ਕਰਕੇ ਸਰਕਾਰ ਇਲੈਕਸ਼ਨਸ ਨੂੰ ਨਹੀਂ ਹੋਣ ਦੇ ਰਹੀ ਹੈ। ਹੁਣ ਅਸੀਂ ਧਰਨਾ ਲਾਇਆ ਵਾ ਇੱਥੇ, ਸਾਨੂੰ 21 ਦਿਨ ਹੋ ਗਏ ਧਰਨਾ ਲਾਏ ਹੋਇਆ ਨੂੰ, ਲੇਕਿਨ VC ਕੋਈ ਰਿਸਪੌਂਸ ਨਹੀਂ ਦੇ ਰਿਹਾ। ਉਹ ਹੁਣ ਵੀ ਇਹੀ ਚਾਹੁੰਦਾ ਹੈ ਕਿ ਕਰੋਨਾ ਦੀ ਤੀਜੀ ਲਹਿਰ ਦਾ ਬਹਾਨਾ ਬਣਾਇਆ ਜਾਵੇ। ਉਹ ਸਾਨੂੰ ਡੇਟ ਦੇਣ ਦੀ ਸੋਚ ਰਹੇ ਕਿ ਸਾਨੂੰ ਡੇਟ ਇਹ ਦਿੱਤੀ ਜਾਵੇ 26 ਤੋਂ ਬਾਅਦ ਦੀ, 26 ਸਤੰਬਰ ਜਾਂ 26 ਤੋਂ ਬਾਅਦ ਦੀ ਡੇਟ ਦਿੱਤੀ ਜਾਵੇ, ਲੇਕਿਨ ਸਾਨੂੰ ਪਤਾ ਹੈ ਇਸ ਮਹੀਨੇ ਦੇ ਐਂਡ ਤੱਕ ਇਹਨਾਂ ਨੇ ਕਰੋਨਾ ਦੀ ਤੀਜੀ ਲਹਿਰ ਦਾ ਬਹਾਨਾ ਬਣਾ ਕੇ ਫਿਰ ਤੋਂ ਸੈਨੇਟ ਦੇ ਇਲੈਕਸ਼ਨਸ ਨੂੰ ਭੰਗ ਕਰਾ ਦੇਣਾ, ਜਿਹੜਾ ਅਸੀਂ ਹੁਣ ਹਰਸ਼ ਹੈ ਤੇ ਮੈਂ BSc ਪੜ੍ਹ ਚੁੱਕਿਆ ਹਾਂ ਪੰਜਾਬ ਯੂਨੀਵਰਸਿਟੀ ਤੋਂ। ਜਿਵੇਂ ਅੱਜ ਤੁਸੀਂ ਮੋਰਚੇ ਤੇ ਪਹੁੰਚੇ ਹੋ ਤਾਂ ਮੋਰਚੇ ਤੇ ਆਪਾਂ ਇਹ ਸਟੂਡੈਂਟ ਨੇ ਪ੍ਰੋਟੈਸਟ ਸ਼ੁਰੂ ਕੀਤਾ ਹੈ। ਉਹ ਜਿਵੇਂ ਯੂਨੀਵਰਸਿਟੀ ਕਿਉਂ ਨਹੀਂ ਓਪਨ ਕਰਦੇ, ਯੂਨੀਵਰਸਿਟੀ ਓਪਨ ਕਰਨ ਦਾ ਇਨਕਾ ਇੱਕ ਜਿਹੜਾ ਮਨਸੂਬਾ ਆ ਇਹ ਹੈ ਕਿ ਬਈ ਜਦੋਂ ਯੂਨੀਵਰਸਿਟੀ ਓਪਨ ਹੋਊਗੀ ਤਾਂ ਇਹ ਜਿਹੜੇ ਫੈਸਲੇ ਲੈਂਦੇ ਨੇ, ਜਿਹੜੇ ਕਾਰਨਾਮੇ ਕਰਦੇ ਨੇ, ਜਿਵੇਂ ਤੁਸੀਂ ਦੇਖ ਰਹੇ ਹੋ ਸੈਂਟਰ ਦੀ ਸਰਕਾਰ ਜਿਵੇਂ ਕਰੋਨਾ ਨੂੰ ਲਾ ਕੇ ਕਰੋਨਾ ਦਾ ਜਿਹੜਾ ਡਰਾਮਾ ਆ ਉਹਨੂੰ ਖੜਾ ਕਰਕੇ ਤੇ ਉਹ ਡਰਾਮੇ ਦੇ ਤਹਿਤ ਇਹ ਕਾफ़ी ਚੀਜ਼ਾਂ ਰਿਫਾਰਮ ਕਰ ਰਹੀਆਂ ਨੇ। ਉਹੀ ਇਹ ਯੂਨੀਵਰਸਿਟੀ ਦੇ ਵਿੱਚ ਕਰਨਾ ਚਾਹੁੰਦੇ ਨੇ, ਕਾफ़ी ਚੀਜ਼ਾਂ ਨੂੰ ਰਿਫਾਰਮ ਕਰਨਾ ਚਾਹੁੰਦੇ ਨੇ। ਤਾਂ ਉਹ ਜਦੋਂ ਸਟੂਡੈਂਟ ਇੱਥੇ ਹੋਊਗਾ ਤਾਂ ਉਹ ਰਿਫਾਰਮ ਚੱਲਣ ਨਹੀਂ ਦਊਗਾ, ਉਹ ਰਿਫਾਰਮ ਦੇ ਖਿਲਾਫ ਆਵਾਜ਼ ਚੁੱਕੂਗਾ। ਪੋਲੀਟੀਕਲੀ ਜਦੋਂ ਸਟੂਡੈਂਟ ਐਕਟਿਵ ਹੋਊਗਾ ਇਹਨਾਂ ਤੋਂ ਸਾਂਭਿਆ ਨਹੀਂ ਜਾਣਾ। ਜਦੋਂ ਸੀਨੇਟ ਬਣ ਜੂਗੀ ਤਾਂ ਸਟੂਡੈਂਟ ਸੀਨੇਟ ਤੇ ਪ੍ਰੈਸ਼ਰ ਪਾਉਣਗੇ ਤੇ ਸੀਨੇਟ ਜਿਹੜੀ ਹੈ ਇਹਨਾਂ ਤੇ ਪ੍ਰੈਸ਼ਰ ਪਾਉਣਗੀ। ਇਹ ਨਹੀਂ ਚਾਹੁੰਦੇ ਕਿ ਇਹਨਾਂ ਤੇ ਕੋਈ ਵੀ ਪ੍ਰੈਸ਼ਰ ਬਣੇ, ਤਾਂ ਇਹ ਯੂਨੀਵਰਸਿਟੀ ਵੀ ਨਹੀਂ ਖੋਲ੍ਹਦੇ, ਨਾ ਇਹ ਚੁਣਾਵ ਕਰਾਉਣਾ ਚਾਹੁੰਦੇ। ਇਹਨਾਂ ਨੇ ਤਾਂ ਹੀ ਸੀਨੇਟ ਭੰਗ ਕੀਤੀ ਹੋਈ ਹੈ। ਜਿਹੜੇ RSS ਦੇ ਬੰਦੇ ਨੇ, ਜਿਹੜੇ ਖਾਕੀ ਨਿੱਕਰ ਵਾਲੇ, ਇਹ ਆ ਕੇ ਮੀਟਿੰਗ ਕਰਦੇ ਆ ਇੱਥੇ, ਪਰ ਸਟੂਡੈਂਟਾਂ ਨੂੰ ਪੜ੍ਹਨ ਲਈ ਹੋਸਟਲ ਨਹੀਂ ਖੋਲ੍ਹ ਰਹੇ, ਮੈਸ ਨਹੀਂ ਖੋਲ੍ਹ ਰਹੇ। ਬਹੁਤ ਟਾਈਮ ਆਪਾਂ ਸੰਘਰਸ਼ ਚਲਾਇਆ, 10-15 ਦਿਨ ਸੰਘਰਸ਼ ਚਲਾਇਆ, ਪਹਿਲਾਂ ਵੀ 1 ਮਹੀਨੇ ਸੰਘਰਸ਼ ਚਲਾਇਆ ਤਾਂ ਸਾਡਾ ਜਿਹੜੀ ਲਾਇਬ੍ਰੇਰੀ ਹੈ ਉਹ ਓਪਨ ਕਰਾਈ ਆਪਾਂ। ਤਾਂ ਇਹ ਜੇ ਸੰਘਰਸ਼ ਸਾਨੂੰ ਪੜ੍ਹਨ ਲਈ ਕਰਨੇ ਪੈ ਰਹੇ। ਪਹਿਲਾਂ ਆਪਾਂ ਬਚਪਨ ਤੋਂ ਸਿੱਖਦੇ ਸੀ ਕਿ ਬਈ ਕਰਕੇ ਜੋ ਹੈ ਡਾਂਟਦੇ ਸੀ, ਕਰਕੇ ਮਾਰਦੇ ਸੀ ਕਿ ਬਈ ਤੂੰ ਆਪਾਂ ਸਕੂਲ ਜਾਈਏ, ਆਪਾਂ ਪੜ੍ਹੀਏ। ਜਦੋਂ ਆਪਾਂ ਯੂਨੀਵਰਸਿਟੀ ਆਏ ਇਹੋ ਜਿਹਾ ਇਹਨਾਂ ਨੇ ਮਾਹੌਲ ਬਣਾਤਾ ਕਿ ਸਾਨੂੰ ਪੜ੍ਹਨ ਲਈ ਧਰਨੇ ਲਾਉਣਾ ਪੈ ਰਹੇ ਹੈ ਕਿ ਬਈ ਸਾਡੀ ਲਾਇਬ੍ਰੇਰੀ ਖੋਲ੍ਹ ਦਿਓ, ਸਾਨੂੰ ਪੜ੍ਹਨ ਲਈ ਜਗ੍ਹਾ ਦੇ ਦਿਓ, ਸਾਡੇ ਆਫਲਾਈਨ ਕਲਾਸਾਂ ਚਾਲੂ ਕਰ ਦਿਓ। ਇਸ ਲਈ ਆਪਾਂ ਧਰਨੇ ਲਾ ਰਹੇ ਹਾਂ ਇੱਥੇ, ਇਹੀ ਮਕਸਦ ਹੈ ਸਾਡੇ ਧਰਨੇ ਦਾ। ਮਨਦੀਪ ਹੈ, ਮੈਂ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਦਾ ਮੈਂਬਰ ਹਾਂ ਪੰਜਾਬ ਯੂਨੀਵਰਸਿਟੀ। ਸੰਘੀਆ ਤੌਰ ਤੇ RSS ਦੀ ਵਿਦਿਆਰਥੀ ਗਈ ਔਰ ਜਿਸ ਤਰ੍ਹਾਂ RSS ਦੇਸ਼ ਦੀ ਜਿਹੜੀ ਹਕੂਮਤ ਹੈ, ਦੇਸ਼ ਦੇ ਜਿਹੜੇ ਸਰਮਾਏਦਾਰ ਨੇ, ਹਾਕਮ ਜਮਾਤ ਹੈ, ਉਹਦੀ ਸੇਵਾ ਕਰਦੀ ਹੈ। ਲੋਕਾਂ ਨੂੰ ਧਰਮ ਦੇ ਨਾਮ ਤੇ ਪਾੜ ਕੇ, ਦੰਗਾ ਫਸਾਦ ਕਰਾ ਕੇ, ਕੁੱਟਮਾਰ ਕਰਕੇ ਤੇ ਜਿੰਨੀ ਲੋਕ ਵਿਰੋਧੀ ਮਾਨਸਿਕਤਾ ਹੈ ਉਹਦਾ ਪ੍ਰਚਾਰ ਕਰਦੀ ਹੈ, ਜਾਤ ਪਾਤ ਦੀ ਹਮਾਇਤੀ ਹੈ। ਇਹੋ ਜਿਹੀਆਂ ਚੀਜ਼ਾਂ ਉਹ ਆਪਣੀਆਂ ਜਥੇਬੰਦੀਆਂ ਜਿਹੜੀਆਂ ਸਮਾਜ ਦੇ ਵਿੱਚ ਕਰਦੀ ਹੈ ਤੇ ਵਿਦਿਆਰਥੀ ਤਬਕੇ ਨੂੰ ਮਤਲਬ ਕਿ ਇਹੋ ਜਿਹੀ ਫਿਰਕੂ ਵਿਚਾਰਧਾਰਾ ਦੇ ਨਾਲ ਜੋੜਨ ਦੇ ਲਈ ਔਰ ਜਿੰਨੇ ਵਿਦਿਆਰਥੀਆਂ ਦੇ ਸੰਘਰਸ਼ ਨੇ ਇਹਨਾਂ ਨੂੰ ਤੋੜਨ ਦੇ ਲਈ, ਕੈਂਪਸਾਂ ਦੇ ਵਿੱਚ ਸਰਕਾਰਾਂ ਦੀ ਪੈਂਠ ਬਣਾਉਣ ਦੇ ਲਈ, BJP RSS ਦੀ ਪੈਂਠ ਬਣਾਉਣ ਦੇ ਲਈ ਉਹਨਾਂ ਨੇ ਆਪਣੀ ਇਹ ਜਿਹੜੀ ਜਥੇਬੰਦੀ ਉਹ ਰੱਖੀ ਹੋਈ ਹੈ। ਇਹਦਾ ਇਤਿਹਾਸ ਹੈ ਸਾਡੇ ਸਾਹਮਣੇ ਪਿਛਲੇ 3-4 ਸਾਲ ਜੀ ਅਸੀਂ ਦੇਖ ਲਈਏ ਤਾਂ JNU ਹੋਵੇ, ਦਿੱਲੀ ਯੂਨੀਵਰਸਿਟੀ ਹੋਵੇ, ਰਾਮਜਸ ਕਾਲਜ ਹੋਵੇ, ਥਾਂ ਥਾਂ 'ਤੇ ਜਾ ਕੇ ਇਹਨਾਂ ਨੇ ਜਿੱਥੇ ਵਿਚਾਰ ਵਟਾਂਦਰੇ ਹੁੰਦੇ ਨੇ ਉੱਥੇ ਕੁੱਟਮਾਰ ਕਰੀ ਹੈ, ਸੈਮੀਨਾਰਾਂ 'ਤੇ ਪਥਰਾ ਕਰਿਆ, ਪ੍ਰੋਫੈਸਰਾਂ ਨੂੰ ਕੁੱਟਿਆ, ਸਟੂਡੈਂਟਸ ਨੂੰ ਕੁੱਟਿਆ। ਇਹੋ ਜਿਹੀਆਂ ਜਿਹੜੀਆਂ ਇਹਨਾਂ ਦੀਆਂ ਹਰਕਤਾਂ ਰਹੀਆਂ, ਕਿਤੇ ਵੀ ਵਿਦਿਆਰਥੀਆਂ ਦੇ ਮੰਗਾਂ ਮਸਲਿਆਂ ਦੀ ਨਹੀਂ, ਸਰਕਾਰ ਦੇ ਨਾਲ ਖੜਦੇ ਰਹੇ ਨੇ ਤੇ ਲੜਨ ਵਾਲੇ ਸਟੂਡੈਂਟਸ ਨੂੰ, ਜਥੇਬੰਦੀਆਂ ਨੂੰ ਕੁੱਟਮਾਰ ਕਰਨ ਦਾ ਇਹ ਕੰਮ ਕਰਦੇ ਰਹੇ ਨੇ। ਅਤੇ ਇੱਥੇ ਵੀ ਪੰਜਾਬ ਯੂਨੀਵਰਸਿਟੀ ਜਿਹੜਾ ਅਸੀਂ ਮੁੱਦਾ ਲੈ ਕੇ ਚੱਲ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਖੁਦਮੁਖਤਿਆਰੀ ਹੈ, ਇਹਦਾ ਇੱਕ ਜਮਹੂਰੀ ਢਾਂਚਾ ਹੈ, ਡੈਮੋਕ੍ਰੈਟਿਕ ਸਟਰਕਚਰ ਹੈ, ਇਹਦੀ ਸੈਨੇਟ ਹੈ, ਉਹਨੂੰ ਭੰਗ ਕਰ ਰਹੀ ਹੈ। ਇਸ ਵੇਲੇ ਕੇਂਦਰ ਸਰਕਾਰ ਉਹਨੂੰ ਆਪਦੇ ਸਿੱਧੇ ਕਬਜ਼ੇ ਹੇਠ ਲਿਆਉਣਾ ਚਾਹੁੰਦੀ ਹੈ, ਪੰਜਾਬ ਨਾਲ ਉਹਨੂੰ ਤੋੜਨਾ ਚਾਹੁੰਦੀ ਹੈ, ਪੰਜਾਬ ਦੇ ਕਾਲਜਾਂ ਦੀ ਡੀ-ਐਫੀਲੀਏਸ਼ਨ ਕਰਕੇ। ਤਾਂ ਇਸ ਮਸਲੇ 'ਤੇ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਬਾਕੀ ਸਾਰੀ ਵਿਦਿਆਰਥੀ ਜਥੇਬੰਦੀਆਂ ਔਰ ਜੋ ਵੀ ਟੀਚਰ, ਅਧਿਆਪਕ, ਬੱਚੇ ਸਾਰੇ ਇਕਜੁੱਟ ਹੋਏ, ਉੱਥੇ ਹੀ ਪਿਛਲੇ 1 ਸਾਲ ਤੋਂ 1.5 ਸਾਲ ਤੋਂ ABVP ਜਿਹੜੀ RSS BJP ਦੀ ਵਿਦਿਆਰਥੀ ਵਿੰਗ ਹੈ ਉਹ ਸਰਕਾਰ ਦੇ ਨਾਲ ਖੜੀ ਰਹੀ ਹੈ। ਪਹਿਲੇ ਦਿਨ ਤੋਂ ਨਵੀਂ ਸਿੱਖਿਆ ਨੀਤੀ ਦੀ ਹਮਾਇਤ ਕਰ ਰਹੀ ਹੈ, ਜਿਹਦੇ ਹੇਠ ਯੂਨੀਵਰਸਿਟੀ ਦੇ ਅਦਾਰਿਆਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ, ਜਿਹਦੇ ਹੇਠ ਕੈਂਪਸਾਂ ਨੂੰ ਬੰਦ ਕਰਕੇ ਆਨਲਾਈਨ ਐਜੂਕੇਸ਼ਨ ਦੇ ਨਾਂ 'ਤੇ ਡਰਾਮੇ ਕੀਤੇ ਜਾ ਰਹੇ ਹੈ
ਔਰ ਇੱਥੇ ਵੀ ਇਹਨਾਂ ਦੇ ਲੀਡਰ ਜਿਹੜੇ ABVP ਦੇ ਪੰਜਾਬ ਯੂਨੀਵਰਸਿਟੀ ਦੇ ਲੀਡਰ ਨੇ, ਉਹਨਾਂ ਦੇ ਫੇਸਬੁੱਕ ਅਕਾਊਂਟ ਦੇਖ ਲਓ, ਉਹਨਾਂ ਦੇ ਹੋਰ ਸਟੇਟਮੈਂਟਸ ਦੇਖ ਲਓ, ਉਹ ਸੈਨੇਟ ਨੂੰ ਭੰਗ ਕਰਕੇ ਇਹਨੂੰ ਕੇਂਦਰ ਦੀ ਯੂਨੀਵਰਸਿਟੀ ਬਣਾਉਣ ਦੀ ਸ਼ਰੇਆਮ ਹਮਾਇਤ ਕਰਦੇ ਆ। ਕੱਲ੍ਹ ਉਹ ਇੱਥੇ ਉਹਨਾਂ ਦੀ ਆਉਣ ਦਾ ਮਕਸਦ ਕੋਈ ਸਾਡੀਆਂ ਇਹਨਾਂ ਮੰਗਾਂ ਨੂੰ ਹਮਾਇਤ ਦੇਣਾ ਨਹੀਂ ਸੀ। ਅਸੀਂ ਇਸ ਕੋਈ ਭਰਮ ਭੁਲੇਖੇ ਦੇ ਵਿੱਚ ਨਹੀਂ ਹੈਗੇ, ਉਹ ਕਦੇ ਵੀ ਵਿਦਿਆਰਥੀਆਂ ਨਾਲ ਨਹੀਂ ਖੜਦੇ ਹੈਗੇ। ਤੇ ਉਹਨਾਂ ਦਾ ਮਕਸਦ ਕੀ ਸੀ? ਉਹ ਮਕਸਦ ਇਹ ਸੀਗਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੈਂਟਰ ਸਰਕਾਰ ਨੇ ਧੱਕੇਸ਼ਾਹੀ ਕਰਨ ਦੇ ਲਈ ਆਪਦਾ VC ਲਾਇਆ ਹੋਇਆ, ਜਿਹਨੇ ਸੈਨੇਟ ਨੂੰ ਭੰਗ ਕੀਤਾ ਤੇ ਜਿਹੜਾ ਆਪਦੀ ਤਾਨਾਸ਼ਾਹੀ ਚਲਾ ਰਿਹਾ, ਵਨ ਮੈਨ ਸ਼ੋਅ ਚਲਾ ਰਿਹਾ, ਉਸ VC ਨੂੰ ਪਰਸੋਂ ਟੀਚਰਾਂ ਨੇ ਤੇ ਵਿਦਿਆਰਥੀਆਂ ਨੇ ਘੇਰਿਆ ਔਰ ਉਹਨੂੰ ਭੱਜਣ ਦਾ ਰਾਹ ਨਹੀਂ ਮਿਲਿਆ ਤੇ ਉਹਨੂੰ ਇੱਕ ਵੱਡੀ ਚੁਣੌਤੀ ਦਿੱਤੀ ਕਿ ਤੂੰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਤੇ ਇੱਥੋਂ ਦੇ ਐਜੂਕੇਸ਼ਨ ਤੇ ਜੋ ਹਮਲਾ ਕਰ ਰਹੇ ਹਾਂ, ਅਸੀਂ ਇਹਨੂੰ ਨਹੀਂ ਸਹਾਂਗੇ। ਤਾਂ ਉਹਦੇ ਤੋਂ ਉਹਨਾਂ ਦੇ ਇੱਕ ਹਿਸਾਬ ਨਾਲ ਜੜ੍ਹਾਂ ਹਿੱਲ ਗਈਆਂ ਇਸ ਕੈਂਪਸ ਦੇ ਵਿੱਚ। ਤਾਂ ਕੱਲ੍ਹ ਆਪਦੀ ਹੋਂਦ ਬਚਾਉਣ ਦੇ ਲਈ ਔਰ ਇੱਥੇ ਚੱਲ ਰਹੇ ਸੰਘਰਸ਼ ਨੂੰ ਖਰਾਬ ਕਰਨ ਦੇ ਲਈ, ਧਮਕਾਉਣ ਦੇ ਲਈ ਉਹ ਆਏ ਸੀ। ਉਹਦੇ ਵਿੱਚ ਇੱਕ ਉਹਨਾਂ ਦੀ ਮੰਗ ਜਿਹੜੀ ਸੀਗੀ ਕਿ ਯੂਨੀਵਰਸਿਟੀ ਦਾ ਸਿਕਿਉਰਿਟੀ ਦਾ ਪ੍ਰਬੰਧ ਖਰਾਬ ਹੋ ਰਿਹਾ, ਇੱਥੇ VC ਨੂੰ ਘੇਰਿਆ ਗਿਆ, ਇਹੋ ਜਿਹੀਆਂ ਗੱਲਾਂ ਲੈ ਕੇ ਆਏ ਸੀ। ਤਾਂ ਅਸੀਂ ਜਿੱਥੇ VC ਨੂੰ ਨਹੀਂ ਖੜਨ ਦਿੱਤਾ, ਜਿੱਥੇ ਅਸੀਂ ਕੈਂਪਸ ਦੇ ਵਿੱਚ 4 ਦਿਨ ਪਹਿਲਾਂ ਇਹ BJP RSS ਦੇ ਲੀਡਰਾਂ ਨੂੰ ਘੇਰਿਆ, ਉੱਥੇ ਅਸੀਂ ਐਲਾਨ ਕੀਤਾ ਕਿ ABVP ਵਰਗੀਆਂ ਜਿਹੜੀਆਂ BJP RSS ਦੀਆਂ ਗੁੰਡਾ ਗਰੋਹ, ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ, ਉਹਨਾਂ ਨੂੰ ਵੀ ਅਸੀਂ ਇੱਥੇ ਨਹੀਂ ਖੜਨ ਦੇਵਾਂਗੇ, ਉਹਨਾਂ ਦੇ ਪੈਰ ਨਹੀਂ ਲੱਗਣ ਦੇਵਾਂਗੇ। ਤੇ ਕੱਲ੍ਹ ਜਦੋਂ ਸਾਡੇ ਧਰਨੇ ਵਾਲੀ ਥਾਂ ਤੇ ਇੱਥੇ ਆਏ ਮੁਜ਼ਾਹਰਾ ਕਰਨ ਦੇ ਲਈ, ਉਹ ਇੱਥੇ ਅਸੀਂ ਉਹਨਾਂ ਨੂੰ ਬੋਲਣ ਵੀ ਨਹੀਂ ਦਿੱਤਾ, ਉਹਨਾਂ ਦਾ ਸਖਤ ਵਿਰੋਧ ਕੀਤਾ ਤੇ ਉਹਨਾਂ ਨੂੰ ਇੱਥੋਂ ਜਾਣ ਦੇ ਲਈ ਮਜਬੂਰ ਕੀਤਾ। ਤਾਂ ਸਾਡੇ ਲਈ ਜਿਸ ਤਰ੍ਹਾਂ ਇਸ ਵੇਲੇ ਸਮਾਜ ਦੇ ਵਿੱਚ ਬਿਲਕੁਲ ਸਪਸ਼ਟ ਹੋ ਚੁੱਕਿਆ ਕਿ ਇੱਕ ਪਾਸੇ ਸਰਕਾਰਾਂ ਦੀ ਹੱਥ ਠੋਕਾਂ ਜਥੇਬੰਦੀਆਂ, ਹੱਥ ਠੋਕੇ ਬੰਦੇ ਨੇ, ਉਸੇ ਤਰ੍ਹਾਂ ਕੈਂਪਸ ਵੀ ਕੋਈ ਯੂਨੀਵਰਸਿਟੀ ਕੈਂਪਸ ਉਹ ਤੋਂ ਵੱਖਰਾ ਨਹੀਂ ਹੈਗਾ। ਜਿਸ ਤਰ੍ਹਾਂ ਸਮਾਜ ਦੇ ਵਿੱਚ ਅੱਜ BJP RSS ਦਾ ਸਫਾਇਆ ਹੋ ਰਿਹਾ ਪੰਜਾਬ ਦੇ ਵਿੱਚ, ਹਰਿਆਣੇ 'ਚ, ਹੋਰ ਆਸ-ਪਾਸ, ਜਿਸ ਤਰ੍ਹਾਂ ਉਹਨਾਂ ਦੇ ਲੀਡਰਾਂ ਨੂੰ ਬਾਹਰ ਘੇਰਿਆ ਜਾ ਰਿਹਾ, ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਉਸੇ ਫਿਰਤ ਨੂੰ ਜਿਹੜਾ ਜਾਰੀ ਕੀਤਾ ਹੈ, ਉਹਨੂੰ ਅੱਗੇ ਵਧਾਇਆ। ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਅਸੀਂ BJP RSS ਜਿਹੜੀ ਸਿੱਖਿਆ ਦੀ ਵਿਰੋਧੀ ਹੋਈ ਵੀ ਹੈ, ਸਾਡੇ ਹੱਕਾਂ ਦੇ ਉੱਤੇ ਹਮਲੇ ਕਰ ਰਹੀ ਹੈ, ਉਹਨਾਂ ਨੂੰ ਔਰ ਉਹਨਾਂ ਦੇ ਗੁੰਡੇ ਗਰੋਹਾਂ ਨੂੰ, ਉਹਨਾਂ ਦੀ ਵਿਦਿਆਰਥੀ ਵਿੰਗ ਨੂੰ ਇੱਥੇ ਨਹੀਂ ਖੜਨ देंगे। दोस्तों, मैं यूनिवर्सिटी में BA डिपार्टमेंट का विद्यार्थी हूँ और मेरा तीसरा साल है। अब बाकी बात तो पहले साथी ने बता दी थी, और अभी यूनिवर्सिटी के जैसा कि देखा गया कि कोरोना के काल में यूनिवर्सिटी में फ़ीसें कितनी बढ़ी हैं। बच्चों की या घर की इकोनॉमिक कंडीशन इतनी अच्छी थी नहीं कि वो फ़ीस भर पाए। लास्ट टाइम पिछले साल भी तब फीस बढ़ी, एक साथ इन्होंने फ़ीस मांग ली। कोरोना काल में किसी की ऐसी स्थिति थी नहीं कि वो फ़ीस दे सके, लेकिन उसके बाद भी यूनिवर्सिटी ने उनसे पूरी फ़ीसें मांगी। तब प्रोटेस्ट चला 10 से 15 दिन, और उसके बाद इन्होंने इंस्टॉलमेंट में लेनी चालू की। अब साल तो आगे आ गया, लेकिन कोरोना का असर तो अब भी बचा हुआ है। उसके बाद भी इन्होंने फ़ीस कम नहीं की। अब की बार अब जैसे सेल्फ फाइनेंस कोर्स है या जैसे BA+ LLB है, उनकी फ़ीस लाखों में होती है। बच्चों की कंडीशन अब भी इतनी ठीक नहीं है कि घर की वो कुछ कर सकें या पैसे हैं उनके पास, तो अब भी उनसे फ़ीस लाखों में मांगी जा रही है। 2 हफ्ते पहले मेमोरेंडम दिया था बच्चों ने कि हमारी फ़ीस इंस्टॉलमेंट में ली जाए, लेकिन उसके लिए अभी तक कोई इन्होंने नोटिस नहीं निकाला है। बच्चे बार बार जा रहे हैं कि मुझे दिक्कत आ रही है, फिर ये फ़ीस के नाम पर लेट फ़ीस और लगाते हैं इसी के साथ में। अब कहीं देख लो, मैं सिर्फ एक ही सेमेस्टर लगाने पाया यूनिवर्सिटी के अंदर, ठीक है, और अब मेरा आखिरी सेमेस्टर आ गया, तो मेरा तो पढ़ाई का पूरा नुकसान होगा। हम घर से 200 किलोमीटर दूर करने कुछ आ रहे हैं यूनिवर्सिटी में, तो हमारे साथ तो कुछ नहीं हो रहा। बच्चे हैं वो घर बैठे हुए हैं, उनके लिए मजबूरी है। सभी बच्चे क्लास लगा भी नहीं सकते हैं। जो रूरल एरिया में वहाँ पर नेटवर्क प्रॉब्लम तो रहती ही है, इकोनॉमिक कंडीशन है, वो फ़ीस भी भरा, बच्चा अपना रिचार्ज भी कराए, सर स्टडी ऑनलाइन भी करे, उनको वहाँ पे बुकें प्रोवाइड नहीं हो पाती हैं। अब जैसे कि पूरे चंडीगढ़ में सभी यूनिवर्सिटी को सभी कॉलेज खुल गए हैं और बच्चों के स्कूल तक खुले हुए हैं, तो इसके बाद भी यूनिवर्सिटी खोली नहीं जा रही है। और काफ़ी हरियाणा में देख लो, पंजाब में देख लो, वहाँ पर खुले हुए हैं सभी स्कूल वगैरह, कॉलेज भी यूनिवर्सिटी भी खुले हुए हैं। अब नुकसान तो हमारा हो रहा है। जैसा कि पहले बताया गया था, पहले बच्चे जाने के लिए रोते थे कि स्कूल नहीं जाना, लेकिन अब हम रो रहे हैं कि मैं आना है, यूनिवर्सिटी खोलो। वैसे भी रूरल एरिया से या गांव से पहले ही 2-4% ही लोग जो है यूनिवर्सिटी कॉलेज तक पहुंच पाते हैं, लेकिन इसके बाद भी अब ऐसे हालात हो जाते हैं, VC खोल नहीं दे रहे। जो कल परसों VC आए थे, लोगों ने उनसे बात करने की कोशिश करी, उन्होंने एक बार भी रुक के ये नहीं बोला कि हाँ समस्या है बताओ तुम्हारी, ठीक है। कल ABVP वाले आए थे समर्थन देने के नाम पे, धरने को 20 दिन हो गया जो समर्थन देने के लिए आए हैं। उनका एक साथी MMS में मिलता है और जो बोलता है कि कुलदीप पंगाल कि हम तो सेनेट के इलेक्शन करवाना ही नहीं चाहते, यूनिवर्सिटी खुलवाना चाहते हैं, वो खुलवाने के लिए भी नहीं आ रहे, और कल ये आके बोल रहे थे हम तो सेनेट के इलेक्शन करवाना चाहते हैं।